ਕਿ ਪੋਲੀਟੀਸ਼ੀਅਨਸ ਦਾ ਜਿਹੜਾ ਹੈਗਾ ਇਹ ਆਪਣੀ ਪੋਲਿਟਿਕਸ ਆ ਜਿਹੜੀ ਉਹ ਵੀ ਕਰ ਰਹੇ ਨੇ। ਖਾਸ ਕਰਕੇ ਪੰਜਾਬ ਦੀ ਸਿਆਸਤ ਦੀ ਗੱਲ ਕਰ ਲਈਏ ਜਾਂ ਕੇਜਰੀਵਾਲ ਦੇ ਬਿਆਨਾਂ ਦੀ ਗੱਲ ਕਰ ਲਈਏ ਜਾਂ ਸੁਖਪਾਲ ਖਹਿਰਾ ਦੇ ਬਿਆਨ ਦੀ ਗੱਲ ਕਰ ਲਈਏ। ਸੋ ਕੀ ਸਭ ਤੋਂ ਪਹਿਲਾਂ ਆਪਾਂ ਕੇਜਰੀਵਾਲ ਤੋਂ ਸ਼ੁਰੂ ਕਰਦੇ ਹਾਂ। ਇੱਕ ਦਿਨ ਦੀ ਭੁੱਖ ਹੜਤਾਲ ਕਰਕੇ ਕੋਈ ਸਿਆਸੀ ਡਰਾਮਾ ਹੀ ਕਰ ਰਹੇ ਨੇ। ਇੱਕ ਦਿਨ ਦੀ ਭੁੱਖ ਹੜਤਾਲ ਦੇ ਨਾਲ ਹੋਰ ਤਾਂ ਕੀ ਉੱਥੇ ਹੋਣਾ, ਔਰ ਕਿੱਥੇ ਬੈਠ ਕੇ ਉਹਨਾਂ ਨੇ ਭੁੱਖ ਹੜਤਾਲ ਕਰੀ ਹੈ? ਆਪਣੇ ਘਰ ਦੇ ਵਿੱਚ ਹੀ ਜਾਂ ਕਿਤੇ ਆਪਣੇ ਘਰ ਦੇ ਵਿੱਚ ਹੀ ਬੈਠ ਗਏ। ਇਹ ਵੀ ਕਿਉਂਕਿ ਇਹ ਪਾਰਟੀ ਇਹਨਾਂ ਦੀ ਅੰਨਾ ਤੋਂ ਨਿਕਲੀ ਹੋਈ ਹੈ, ਅੰਨਾ ਦੇ ਸੰਘਰਸ਼ ਤੋਂ। ਤੇ ਜਿਵੇਂ ਅੰਨਾ ਹਜ਼ਾਰੇ ਨੇ 8 ਤਰੀਕ ਨੂੰ ਆਪਣੇ ਘਰ ਦੇ ਵਿੱਚ ਹੀ ਬੈਠ ਕੇ ਜਿਹੜਾ ਹੈ ਇੱਕ ਦਿਨ ਦੀ ਭੁੱਖ ਹੜਤਾਲ ਕਰ ਲਈ, ਫਾਸਟ ਰੱਖ ਲਿਆ, ਵਰਤ ਰੱਖ ਲਿਆ, ਉਸੇ ਤਰ੍ਹਾਂ ਜਿਹੜਾ ਹੈ ਅੱਜ ਕੇਜਰੀਵਾਲ ਸਾਹਿਬ ਨੇ ਵੀ ਜਿਹੜਾ ਆਪਣੇ ਘਰ ਬੈਠ ਕੇ ਜਿਹੜਾ ਇੱਕ ਦਿਨ ਦਾ ਅਨਸ਼ਨ ਰੱਖ ਲਿਆ ਕਿ ਅੱਜ ਜਿਹੜਾ ਹੈ ਉਹ ਵੀ ਖਾਣਾ ਖੁਣਾ ਨਹੀਂ ਖਾਣਗੇ। ਆਪਣੀ ਆਮ ਆਦਮੀ ਪਾਰਟੀ ਨੂੰ ਵੀ ਕਹਿ ਦਿੱਤਾ ਕਿਸਾਨਾਂ ਦੇ ਹੱਕ ਦੇ ਵਿੱਚ ਸਾਨੂੰ ਇੱਕ ਦਿਨ ਦਾ ਫਾਸਟ ਰੱਖਣਾ ਚਾਹੀਦਾ। ਦੂਜੇ ਪਾਸੇ ਜਦੋਂ ਹੁਣ ਇਹ ਐਲਾਨ ਕੀਤਾ ਗਿਆ ਅਰਵਿੰਦ ਕੇਜਰੀਵਾਲ ਦੇ ਵੱਲੋਂ ਤੇ ਕੈਪਟਨ ਸਾਹਿਬ ਨੇ ਕਿਹਾ ਪੂਰੀ ਤਰ੍ਹਾਂ ਨੋਟੰਕੀ ਹੈ, ਉਸੇ ਤਰ੍ਹਾਂ ਬੀਜੇਪੀ ਨੇ ਵੀ ਕਿਹਾ ਨੋਟੰਕੀ ਕਰ ਰਹੇ ਹੈ। ਤੇ ਫਿਰ ਜਿਹੜਾ ਹੈ ਬਿਆਨ ਦਰ ਬਿਆਨ ਜਿਹੜਾ ਹੈ ਵਾਰ ਪਲਟਵਾਰ ਦਾ ਸਿਲਸਿਲਾ ਜਿਹੜਾ ਉਹ ਵੀ ਫਿਰ ਸ਼ੁਰੂ ਹੋ ਗਿਆ। ਉਸ ਤੋਂ ਬਾਅਦ ਫਿਰ ਇਹ ਵੀ ਟਵੀਟ ਕਰਦੇ ਨੇ ਤੇ ਉਹ ਵੀ ਟਵੀਟ ਕਰਦੇ ਨੇ। ਕੈਪਟਨ ਸਾਹਿਬ ਕਹਿੰਦੇ ਨੇ ਤੇ ਕੇਜਰੀਵਾਲ ਸਾਹਿਬ ਦਾ ਬਿਆਨ ਆਉਂਦਾ ਹੈ ਕਿ ਜਦੋਂ ਤੁਸੀਂ ਅਮਿਤ ਸ਼ਾਹ ਦੇ ਨਾਲ ਮਿਲ ਕੇ ਆਏ ਸੀ ਕਿ ਸਾਰੇ ਕਿਸਾਨਾਂ ਦੇ ਹਿੱਤਾਂ ਨੂੰ ਵੇਚ ਕੇ ਆਏ ਸੀਗੇ, ਆਪਣੇ ਮੁੰਡੇ ਨੂੰ ਈਡੀ ਦੇ ਚੱਕਰ ਤੋਂ ਬਚਾਉਣ ਦੇ ਲਈ ਕਿ ਤੁਸੀਂ ਅੰਦਰ ਸੈਟਿੰਗ ਜਾਂ ਸੌਦੇ ਕਰਕੇ ਆਏ ਹੋ, ਤਾਂ ਉਹਨਾਂ ਨੇ ਫਿਰ ਇਹ ਇਲਜ਼ਾਮ ਲਗਾ ਦਿੱਤੇ। ਸੋ ਫਿਰ ਇਸ ਤਰੀਕੇ ਦੇ ਨਾਲ ਜਿਹੜੀ ਹੁਣ ਇਹਨਾਂ ਦੀ ਆਪਸੀ ਜਿਹੜੀ ਬਿਆਨਬਾਜ਼ੀ ਹੈ ਉਹ ਸ਼ੁਰੂ ਹੋ ਚੁੱਕੀ ਹੈ। ਜਿਹਦਾ ਨਟੰਕੀਬਾਜ਼ੀ ਦੀ ਤੁਸੀਂ ਗੱਲ ਕੀਤੀ ਆ ਉਹਦੇ ਲਈ ਤਾਂ ਕੇਜਰੀਵਾਲ ਸਾਹਿਬ ਖੈਰ ਸ਼ੁਰੂ ਤੋਂ ਹੀ ਮਸ਼ਹੂਰ ਨੇ, ਕਿਉਂਕਿ ਡਰਾਮੇ ਕਰਨ ਦੇ ਵਿੱਚ ਤਾਂ ਜੇ ਆਪਾਂ ਹੁਣ ਤੱਕ ਦੇਖੀਏ ਕਿ ਬੜੇ ਡਰਾਮੇ ਬੜਾ ਕੁਝ ਕੀਤਾ। ਔਰ ਹੁਣ ਤੱਕ ਵੀ ਕਈ ਵਾਰ 5-5 6-6 ਸਾਲ ਪੁਰਾਣੀਆਂ ਜਿਹੜੀਆਂ ਪੈਂਟਾਂ ਨੇ ਜਾਂ ਚੱਪਲਾਂ ਨੇ ਉਹ ਪਾ ਕੇ ਲੋਕਾਂ ਨੂੰ ਦਿਖਾਉਂਦੇ ਆ ਕਿ ਜਦ ਕਿ ਬਿਹਾਈਂਡ ਦਾ ਸੀਨ ਦੇਖੀਏ ਸਾਰਾ ਕੁਝ ਹੀ ਬਣਿਆ ਹੋਇਆ ਜੀ। ਵੱਡੀਆਂ ਗੱਡੀਆਂ ਵੀ ਹੈਗੀਆਂ ਨੇ, ਰਹਿਣ ਲਈ ਵੱਡੀਆਂ ਕੋਠੀਆਂ ਵੀ ਹੈਗੀਆਂ ਨੇ, ਸਭ ਕੁਝ ਹੈਗਾ, ਪਰ ਕੱਪੜੇ ਪਾ ਕੇ ਅਸੀਂ ਦਿਖਾਉਣ ਦੀ ਕੋਸ਼ਿਸ਼ ਕਰਦੇ ਆ ਕਿ ਜੀ ਅਸੀਂ ਤਾਂ ਸਾਡਾ ਬਣਾਇਆ ਹੀ ਕੁਝ ਨਹੀਂ, ਸਾਡੇ ਕੋਲ ਤਾਂ ਹੈ ਹੀ ਕੁਝ ਨਹੀਂ। ਇਹ ਰਿਐਲਿਟੀ ਆ ਜਿਹੜੀ ਆਪਾਂ ਨੂੰ ਸਾਰਿਆਂ ਦੇ ਸਾਡੇ ਸਾਹਮਣੇ ਆ। ਇਹ ਸਾਡੇ ਤੋਂ ਕੋਈ ਲੁਕੀ ਛਿਪੀ ਨਹੀਂ ਹੈਗੀ ਕਿਹੜੀਆਂ ਡਰਾਮੇਬਾਜ਼ੀਆਂ ਕਰ ਰਹੇ ਨੇ। ਔਰ ਇੱਕ ਦਿਨ ਦੀ ਭੁੱਖ ਹੜਤਾਲ ਦੇ ਨਾਲ ਵੀ ਕੁਝ ਨਹੀਂ ਹੋਣ ਲੱਗਿਆ ਜਿਹੜੀ ਆਪਣੀ ਘਰ ਦੇ ਵਿੱਚ ਬੈਠ ਕੇ ਤੁਸੀਂ ਕਰ ਲਈ ਆ। ਅਗਰ ਕਰਨੀ ਹੋਈ ਆ ਭੁੱਖ ਹੜਤਾਲ ਤਾਂ ਬਰਾਬਰ ਆ ਕੇ ਬੈਠੋ ਜਿੱਥੇ ਕਿਸਾਨ ਬੈਠੇ ਨੇ। ਨਾ ਕਿ ਮੈਂ ਇਕੱਲੇ ਕੇਜਰੀਵਾਲ ਦੀ ਗੱਲ ਕਰ ਰਿਹਾ, ਮੈਂ ਗੱਲ ਕਰ ਰਿਹਾ ਸਾਰਿਆਂ ਦੀ, ਜਿੰਨੇ ਵੀ ਪੋਲੀਟੀਕਲ ਲੀਡਰਸ ਹੈਗੇ ਨੇ ਸਾਰੇ ਆਉਣ ਤੇ ਆ ਕੇ ਉੱਥੇ ਬੈਠਣ। ਪਤਾ ਫੇਰ ਲੱਗੂਗਾ ਕਿ ਵਾਕਈ ਤੁਸੀਂ ਲੋਕਾਂ ਦੇ ਨਾਲ ਜੁੜੇ ਹੋ ਜਾਂ ਨਹੀਂ ਜੁੜੇ ਹੋ, ਜਾਂ ਤੁਹਾਡੀਆਂ ਇਹ ਜਿਹੜੀਆਂ ਹੈਗੀਆਂ ਨੇ ਗੱਲਾਂ ਬਾਤਾਂ ਹੀ ਨੇ। ਔਰ ਟਵੀਟ ਖੇਲ ਰਹੇ ਨੇ। ਜਦੋਂ ਦੇਖੋ ਕਿ ਟਵਿੱਟਰਾਂ ਦੇ ਉੱਤੇ ਲੜਾਈ ਆ ਕਿ ਟਵਿੱਟਰ ਦੇ ਉੱਤੇ ਉਹਨੇ ਉਹਨੂੰ ਜਵਾਬ ਦਿੱਤਾ, ਉਹਨੇ ਟਵਿੱਟਰ ਦੇ ਉੱਤੇ ਉਹਨੂੰ ਜਵਾਬ ਦਿੱਤਾ। ਪਰ ਰਿਐਲਿਟੀ ਦੇ ਵਿੱਚ ਜਿੱਦਣ ਕਿਤੇ ਇੱਥੇ ਕੋਈ ਇਹਨਾਂ ਦੀ ਆਪਸੀ ਫੰਕਸ਼ਨਸ ਹੋਣਗੇ, ਚੱਲ ਪਵੇ ਕੰਮ, ਉਸ ਤੋਂ ਬਾਅਦ ਦੁਬਾਰਾ ਫਿਰ ਸਾਰੇ ਜਣੇ ਤੁਹਾਨੂੰ ਇਕੱਠੇ ਦਿਖਣਗੇ, ਕਿਤੇ ਨਾ ਕਿਤੇ ਜੱਫੀਆਂ ਪਾਉਂਦੇ ਵੀ ਨਜ਼ਰ ਆਉਣਗੇ। ਆਪਸੀ ਇੱਕ ਦੂਜੇ ਦੇ ਘਰਾਂ ਦੇ ਵਿੱਚ ਰਿਸ਼ਤੇ ਵੀ ਇਹ ਲੋਕ ਕਰਨਗੇ। ਇਹ ਸਾਰੇ ਜਿਹੜੇ ਦਿਖਾਵੇ ਨੇ ਲੋਕਾਂ ਨੂੰ ਨਜ਼ਰ ਤਾਂ ਆ ਗਏ ਨੇ, ਪਰ ਗਾਂਹ ਵਾਸਤੇ ਵੀ ਇਸ ਚੀਜ਼ ਤੋਂ ਬਚਣ ਦੀ ਜ਼ਰੂਰਤ ਆ, ਕਿਉਂਕਿ ਇਹਨਾਂ ਲੋਕਾਂ ਨੇ ਆਪਣੀਆਂ ਸਿਆਸੀ ਪਾਰੀਆਂ ਨੇ ਜਿਹੜੀਆਂ ਉਹ ਇਸੇ ਤਰ੍ਹਾਂ ਖੇਡਦੇ ਰਹਿਣਾ ਕਹਿ ਸਕਦੇ ਹਾਂ, ਕਿਉਂਕਿ ਸਾਡੀ ਲੈਂਗੁਏਜ ਇਸੇ ਤਰ੍ਹਾਂ ਹੀ ਜ਼ਿਆਦਾਤਰ ਨਿਊਜ਼ ਲਾਈਨ 'ਚ ਬੋਲਦੇ ਹਾਂ। ਜਸਟ ਨਾਓ ਮਤਲਬ ਕਿ ਜਿਹੜਾ ਬਿਆਨ ਆਇਆ ਕੈਪਟਨ ਸਾਹਿਬ ਦਾ ਬਿਆਨ ਆਉਂਦਾ ਹੈ ਕਿ ਕੇਜਰੀਵਾਲ ਸਾਹਿਬ ਨੂੰ ਟਾਰਗੇਟ ਮੁੜ ਤੋਂ ਕੀਤਾ ਉਹਨਾਂ ਨੇ। ਯੂ ਵੁੱਡ ਸੈਲ ਯੋਰ ਸੋਲ ਇਫ ਇਟ ਸਰਵਸ ਯੋਰ ਪਰਪਸ ਮਿਸਟਰ ਕੇਜਰੀਵਾਲ। ਕੈਪਟਨ ਸਾਹਿਬ ਕਹਿੰਦੇ ਤੁਸੀਂ ਤਾਂ ਆਪਣੀ ਆਤਮਾ ਨੂੰ ਵੀ ਵੇਚ ਦਿਓ ਅਗਰ ਤੁਹਾਡਾ ਇਸ 'ਚ ਫਾਇਦਾ ਹੁੰਦਾ ਹੋਵੇ। ਕੈਪਟਨ ਸਾਹਿਬ ਕਹਿੰਦੇ ਨੇ ਆਈ ਹੈਵ ਨੈਵਰ ਕਾਊ ਡਾਊਨ ਟੂ ਪ੍ਰੈਸ਼ਰ ਬਟ ਫਾਰਮਰਸ ਵਾਂਟ ਟੂ ਨੋ ਅੰਡਰ ਵਾਟ ਸੈਟਿੰਗ ਯੂ ਨੋਟੀਫਾਈਡ ਫਾਰਮ ਲਾ। ਉਹ ਦਿੱਲੀ ਦੇ ਵਿੱਚ ਜਿਹੜਾ ਇੱਕ ਫਾਰਮ ਦਾ ਲਾਅ ਜਿਹੜਾ ਨੋਟੀਫਾਈ ਕੀਤਾ ਉਸ ਨੂੰ ਲੈ ਕੇ ਜਿਹੜਾ ਹੈ ਕੈਪਟਨ ਸਾਹਿਬ ਨੇ ਹੁਣ ਜਿਹੜਾ ਕੇਜਰੀਵਾਲ ਤੇ ਨਿਸ਼ਾਨਾ ਸਾਧਿਆ। ਨਾਲ ਦੀ ਨਾਲ ਖਹਿਰਾ ਸਾਹਿਬ ਦਾ ਵੀ ਥੋੜਾ ਜਿਹਾ ਜ਼ਿਕਰ ਜ਼ਰੂਰ ਕਰ ਲਈਏ, ਕਿਉਂਕਿ ਪਹਿਲਾਂ ਸ਼ੁਰੂ ਦੇ ਵਿੱਚ ਜਦੋਂ ਮੂਵਮੈਂਟ ਸ਼ੁਰੂ ਹੋਈ ਤੇ ਖਹਿਰਾ ਸਾਹਿਬ ਔਰ ਪਰਮਿੰਦਰ ਢੀਂਡਸਾ ਇਹ ਪਹਿਲਾਂ ਹੀ ਪਹੁੰਚ ਗਏ ਸੀਗੇ। ਔਰ ਬੜਾ ਇਹਨਾਂ ਨੇ ਵੀ ਉੱਥੇ ਜਾ ਕੇ ਜੇ ਦੇਖਿਆ ਜਾਵੇ ਇੱਕ ਡਰਾਮਾ ਜਿਹੜਾ ਉਹ ਕੀਤਾ ਸੀਗਾ ਕਿ ਸਾਨੂੰ ਜੀ ਉੱਥੇ ਉਹਨਾਂ ਨੇ ਗ੍ਰਿਫਤਾਰ ਕਰ ਲਿਆ। ਔਰ ਗ੍ਰਿਫਤਾਰ ਕਰਨ ਤੋਂ ਬਾਅਦ ਮੈਨੂੰ ਲੱਗਦਾ ਹੁਣ ਤਕਰੀਬਨ ਜਿਹੜੇ 3 ਵੀਕ ਨੇ ਆਲਮੋਸਟ ਨਿਕਲ ਚੁੱਕੇ ਨੇ। ਸੋ ਉਸ ਤੋਂ ਬਾਅਦ ਖਹਿਰਾ ਸਾਹਿਬ ਬਾਰੇ ਹਜੇ ਤੱਕ ਕੁਝ ਨਹੀਂ ਸੀ ਸੁਣਿਆ ਕਿ ਕੀ ਹੋ ਰਿਹਾ ਕੀ ਨਹੀਂ ਹੋ ਰਿਹਾ। ਸੋ ਕੀ ਕਹਿੰਦੇ ਨੇ ਖਹਿਰਾ ਸਾਹਿਬ ਹੁਣ ਜੀ ਤਾਂ ਹੈਗਾ ਕਿ ਕਿਸ ਤਰ੍ਹਾਂ ਜਿਹੜਾ ਹੈ ਇਸ ਮਸਲੇ ਨੂੰ ਸੁਲਝਾਉਣਾ ਚਾਹੀਦਾ ਹੈ। ਮਤਲਬ ਕਿ ਐਜ਼ ਐਨ ਐਕਸਪਰਟ ਮਤਲਬ ਕਿ ਉਹਨਾਂ ਨੇ ਕੋਸ਼ਿਸ਼ ਕੀਤੀ ਦੱਸਣ ਦੀ ਕਿ ਜੇ ਦੋਨੋਂ ਧਿਰਾਂ ਜਿਹੜੀਆਂ ਨਾਰਾਜ਼ ਹੋਈਆਂ ਪਈਆਂ, ਡੈਡਲੌਕ ਜਿਹੜਾ ਇੱਕ ਆ ਗਿਆ, ਉਸ ਦਾ ਇੱਕ ਸਿੰਪਲ ਸੋਲੂਸ਼ਨ ਹੈਗਾ ਕਿ ਰੈਫਰੈਂਡਮ ਕਰਾ ਲਓ, ਲੋਕ ਮਤ ਕਰਾ ਲਓ, ਲੋਕਾਂ ਦਾ ਜਿਹੜਾ ਜਨਮਤ ਕਰਵਾ ਲਓ। ਉਹਨਾਂ ਨੇ ਕਿਹਾ ਕਿ ਮੈਂ ਪ੍ਰਧਾਨ ਮੰਤਰੀ ਨੂੰ, ਰਾਸ਼ਟਰਪਤੀ ਨੂੰ ਲੈਟਰ ਲਿਖੂੰਗਾ ਕਿ ਤੁਸੀਂ ਜਿਹੜਾ ਹੈਗਾ ਕਿਸਾਨਾਂ ਦਾ ਸਾਰਿਆਂ ਦਾ ਜਿਹੜਾ ਹੈਗਾ ਇੱਕ ਰੈਫਰੈਂਡਮ ਕਰਾ ਲਓ ਤੇ ਜੋ ਲੋਕ ਕਹਿਣਗੇ, ਜੋ ਇੱਕ ਲੋਕਾਂ ਦੀ ਆਵਾਜ਼ ਹੋਏਗੀ ਉਸ ਦੇ ਮੁਤਾਬਕ ਜਿਹੜਾ ਫੈਸਲਾ ਲੈ ਲਿੱਤਾ ਜਾਏਗਾ। ਹਾਲਾਂਕਿ ਖਹਿਰਾ ਸਾਹਿਬ ਪਹਿਲੇ ਰੈਫਰੈਂਡਮ 2020 ਨੂੰ ਲੈ ਕੇ ਵੀ ਚਰਚਾ 'ਚ ਆ ਗਏ ਸੀਗੇ
ਉਹਨਾਂ ਨੇ ਉਦੋਂ ਵੀ ਡਿਫੈਂਡ ਕੀਤਾ ਖੁਦ ਨੂੰ ਕਿ ਮੈਂ ਇਹ ਅਜਿਹਾ ਬਿਆਨ ਨਹੀਂ ਦਿੱਤਾ ਸੀਗਾ। ਹੁਣ ਉਹਨਾਂ ਨੇ ਮੁੜ ਤੋਂ ਜਿਹੜਾ ਹੈਗਾ ਇੱਕ ਰੈਫਰੈਂਡਮ ਦੀ ਗੱਲ ਕੀਤੀ ਹੈ, ਪਰ ਇਹ ਕਿਸਾਨੀ ਸੰਘਰਸ਼ ਦੇ ਲਈ ਹੈਗਾ। ਪਰ ਇਹ ਕਿੰਨਾ ਕੁ ਵਾਜਿਬ ਹੈ ਤੇ ਤੁਹਾਨੂੰ ਲੱਗਦਾ ਹੈ ਕਿ ਰੈਫਰੈਂਡਮ ਹੋਏਗਾ ਇੱਥੇ ਤੇ ਸਰਕਾਰਾਂ ਕਰਾਉਣਗੀਆਂ? ਕਿਉਂਕਿ ਸਰਕਾਰਾਂ ਤਾਂ ਪਹਿਲੀ ਰੈਫਰੈਂਡਮ ਯਾਨੀ ਲੋਕਾਂ ਦੇ ਕਰਕੇ ਚੁਣੀ ਜਾਂਦੀ, ਉਹਨਾਂ ਦੇ ਵੱਲੋਂ ਚੁਣੀ ਜਾਂਦੀ ਹੈ। ਤੇ ਜੋ ਸਰਕਾਰ ਚੁਣੀ ਹੋਈ ਨੇ ਡਿਸੀਜਨ ਲਿੱਤਾ ਤੇ ਮੋਦੀ ਸਰਕਾਰ ਕਿਉਂ ਕਰਾਏਗੀ ਰੈਫਰੈਂਡਮ ਇਸ ਮੁੱਦੇ ਤੇ?